ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਬਹੁਤ ਹੀ ਪਾਵਨ ਤੇ ਪਵਿੱਤਰ ਦਿਹਾੜਾ ਆਇਆ ਹੈ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਪਰ ਵਿਰਾਜਮਾਨ, ਦਸੋ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਸਰਵਰੇ ਕਾਇਨਾਤ ਦੇ ਸੁਆਮੀ, ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਅੱਜ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਆਇਆ ਹੈ। ਭਾਦੋਂ ਸੁਦੀ ਏਕਮ ਵਾਲਾ ਦਿਨ ਹੈ ਅੱਜ ਸਾਧ ਸੰਗਤ। ਅੱਜ ਦੇ ਦਿਨ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਪਹਿਲੀ ਵਾਰੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਕਾਸ਼ ਹੋਇਆ। ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਇਕੱਤਰਤਾ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਰਵਾਈ। ਗੁਰਬਾਣੀ ਨੂੰ ਸੰਗ੍ਰਹਿ ਕਰਨ ਦਾ ਕਾਰਨ ਇਸ ਤਰ੍ਹਾਂ ਬਣਿਆ ਕਿ ਉਹਨਾਂ ਹੀ ਸਮਿਆਂ ਦੇ ਵਿੱਚ, ਉਸੇ ਹੀ ਸਮੇਂ ਦੇ ਵਿੱਚ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤਥਾ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸਾਹਿਬ ਜੀ ਅਤੇ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੀ, ਫਿਰ ਧੰਨ ਆਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਰਚਿਤ ਗੁਰਬਾਣੀ ਦਾ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਸੀ। ਤੇ ਸਤਿਗੁਰੂ ਸਾਹਿਬਾਂ ਦੀ ਪਾਵਨ ਗੁਰਬਾਣੀ ਨੂੰ ਇਸ ਤਰ੍ਹਾਂ ਜਗਤ ਦੇ ਵਿੱਚ ਵਿਸਤ੍ਰਿਤ ਹੁੰਦਿਆਂ ਵੇਖ, ਜਿਹੜੇ ਅਨਿਆ ਲੋਕ ਸਨ, ਕਵੀ ਲੋਕ, ਉਹਨਾਂ ਕਵੀਆਂ ਨੇ ਆਪਣੀਆਂ ਕਵਿਤਾਵਾਂ ਰਚ ਕੇ ਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਮੋਹਰ ਲਾ ਕੇ ਗੁਰਬਾਣੀ ਦੇ ਤੁੱਲ ਕੱਚੀ ਬਾਣੀ ਨੂੰ ਪ੍ਰਚਾਰ ਤੇ ਪ੍ਰਸਾਰਨਾ ਚਾਹਿਆ। ਜੈਸੇ ਪ੍ਰਿਥੀ ਚੰਦ ਆਦਿ ਵਰਗਿਆਂ ਨੇ ਵੀ ਇਸ ਤਰ੍ਹਾਂ ਦੇ ਦੁਸ਼ਕ੍ਰਿਤ ਕੀਤੇ, ਜਿਨ੍ਹਾਂ ਨੂੰ ਤੱਕਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੰਕਲਪ ਬਣਾਇਆ ਕਿ ਗੁਰਬਾਣੀ ਦੀ ਇੱਕ ਐਸੀ ਬੀੜ ਇਕੱਤਰਿਤ ਕਰ ਲਈ ਜਾਵੇ ਜਿਹਦੇ ਵਿੱਚ ਦੁਬਾਰਾ ਮੁੜ ਕੇ ਕੋਈ ਕਿਸੇ ਵੀ ਤਰ੍ਹਾਂ ਦਾ ਹਸਤਕਸ਼ੇਪ ਨਾ ਕਰ ਪਾਵੇ ਤੇ ਸੱਚੀ ਗੁਰਬਾਣੀ ਦੀ ਬੀੜ ਸੰਗ੍ਰਹਿ ਕੀਤੀ ਜਾਵੇ। ਇਹ ਵਿਚਾਰ ਕਰਨ ਉਪਰੰਤ ਸਤਿਗੁਰਾਂ ਨੇ ਸਾਰੀ ਸੰਗਤ ਵਿੱਚ ਆਦੇਸ਼ ਦਿੱਤਾ, ਜਿੱਥੇ ਜਿੱਥੇ ਵੀ ਗੁਰੂ ਕੀ ਪਾਵਨ ਗੁਰਬਾਣੀ ਦੀਆਂ ਪੋਥੀਆਂ ਗੁਰਸਿੱਖਾਂ ਨੂੰ ਮਿਲਣ, ਉਹ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ ਪਹੁੰਚਣ। ਕਿਉਂਕਿ ਵੱਡੇ ਗੁਰੂ ਸਾਹਿਬ ਜੀ ਜੈਸੇ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ ਜਾ ਕੇ ਪਾਵਨ ਗੁਰਮਤਿ ਦਾ ਉਪਦੇਸ਼ ਸੁਦ੍ਰਿੜ ਕਰਵਾਉਂਦੇ, ਪਾਵਨ ਗੁਰਬਾਣੀ ਦੇ ਸ਼ਬਦ ਉਚਾਰਦੇ, ਉਹ ਗੁਰਬਾਣੀ ਉਥੋਂ ਦੇ ਉਪਦੇਸ਼ ਲੈਣ ਵਾਲੇ ਗੁਰਸਿੱਖ ਗੁਰਬਾਣੀ ਲਿਖ ਲਿਆ ਕਰਦੇ ਸਨ, ਜਾਂ ਗੁਰੂ ਸਾਹਿਬਾਂ ਦੇ ਨਾਲ ਗੁਰਸਿੱਖ ਵੀ ਗੁਰਬਾਣੀ ਲਿਖ ਲਿਆ ਕਰਦੇ ਸਨ। ਸੋ ਗੁਰਬਾਣੀ ਦੀਆਂ ਪੋਥੀਆਂ ਵੱਖ ਵੱਖ ਸਥਾਨਾਂ 'ਤੇ ਪਈਆਂ ਹੋਈਆਂ ਸਨ।
ਤੇ ਸਭ ਤੋਂ ਅਧਿਕ ਗੁਰਬਾਣੀ ਦੀਆਂ ਪੋਥੀਆਂ ਦਾ ਸੰਗ੍ਰਹਿ ਸ੍ਰੀ ਗੋਇੰਦਵਾਲ ਸਾਹਿਬ ਨਗਰੀ ਬਾਬਾ ਮੋਹਨ ਜੀ ਦੇ ਪਾਸ ਸੀ, ਜਿੱਥੇ ਹੋਰ ਸਿੱਖ ਸੰਗਤਾਂ ਨੂੰ ਗੁਰਾਂ ਆਦੇਸ਼ ਦੇ ਕੇ ਵੱਖ-ਵੱਖ ਸਥਾਨਾਂ ਤੋਂ ਪੋਥੀਆਂ ਮੰਗਵਾਈਆਂ। ਜਿਵੇਂ ਸੰਗਲਾ ਦੀਪ ਦੇ ਵਿੱਚ ਸਤਿਗੁਰਾਂ ਨੇ ਆਪਣੇ ਗੁਰਸਿੱਖ ਨੂੰ ਭੇਜ ਕੇ ਜੋ ਰਾਜੇ ਸ਼ਿਵਨਾਭ ਨੂੰ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ, ਉਹ ਪ੍ਰਾਣ ਸੰਗਲੀ ਗ੍ਰੰਥ ਵੀ ਮੰਗਵਾਇਆ। ਸੋ ਜਿੱਥੇ ਬਾਕੀ ਸਿੱਖ ਸੰਗਤਾਂ ਦੁਆਰਾ ਹੋਰ ਵੱਖ-ਵੱਖ ਸਥਾਨਾਂ ਤੋਂ ਗੁਰਬਾਣੀ ਦੀਆਂ ਪੋਥੀਆਂ ਮੰਗਵਾਈਆਂ ਗਈਆਂ, ਉੱਥੇ ਗੁਰੂ ਰੂਪ ਖਾਲਸਾ ਸਾਧ ਸੰਗਤ ਆਪ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਨਗਰੀ ਜਾ ਕੇ ਬਾਬਾ ਮੋਹਨ ਜੀ ਦੇ ਪਾਸੋਂ ਗੁਰਬਾਣੀ ਦੀਆਂ ਪੋਥੀਆਂ ਨੂੰ ਬੇਨਤੀ ਕਰਕੇ ਤੇ ਬੜੇ ਅਦਬ ਸਤਿਕਾਰ ਦੇ ਨਾਲ ਸੁਖਪਾਲਕੀ ਵਿੱਚ ਰਖਵਾ ਕੇ ਤੇ ਗੋਇੰਦਵਾਲ ਸਾਹਿਬ ਨਗਰੀ ਤੋਂ ਚੱਲ ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ ਪਹੁੰਚੇ। ਜਿਸ ਵੇਲੇ ਗੁਰਬਾਣੀ ਦੀਆਂ ਪੋਥੀਆਂ ਦਾ ਇਸ ਤਰ੍ਹਾਂ ਸੰਗ੍ਰਹਿ ਹੋਇਆ ਹੈ ਤਾਂ ਸਤਿਗੁਰਾਂ ਨੇ ਗੁਰਬਾਣੀ ਦੀ ਬੀੜ ਲਿਖਵਾਉਣ ਵਾਸਤੇ ਇਕਾਂਤ ਅਸਥਾਨ ਦੀ ਇੱਛਾ ਜ਼ਾਹਰ ਕੀਤੀ ਗੁਰਸਿੱਖਾਂ ਦੇ ਵਿੱਚ। ਤਾਂ ਭਾਈ ਗੁਰਦਾਸ ਜੀ ਹੁਣਾਂ ਨੇ ਜਿੱਥੇ ਅੱਜ ਸ੍ਰੀ ਰਾਮਸਰ ਤੀਰਥ ਬਿਦਤ ਹੈ ਸਾਧ ਸੰਗਤ, ਉਹ ਸਥਾਨ ਇਕਾਂਤ ਰੂਪ ਵਿੱਚ ਵੇਖ ਕੇ ਸਤਿਗੁਰਾਂ ਨੂੰ ਜਤਾਇਆ ਦੱਸਿਆ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਨੇ ਉਸ ਇਕਾਂਤ ਸਥਾਨ ਨੂੰ ਬੜਾ ਪਸੰਦ ਕੀਤਾ ਤੇ ਨਿੱਕਾ ਜਿਹਾ ਸਰੋਵਰ ਵੀ ਸਤਿਗੁਰੂ ਸਾਹਿਬਾਂ ਨੇ ਉੱਥੇ ਲਗਵਾਇਆ। ਤੰਬੂ ਆਦਿ ਲਗਵਾਏ ਗਏ, ਪਹਿਰੇਦਾਰ ਗੁਰਸਿੱਖ ਪਹਿਰਿਆਂ ਤੇ ਖਿਲਾਰੇ ਗਏ। ਬਾਬਾ ਬੁੱਢਾ ਸਾਹਿਬ ਜੀ ਨੂੰ ਆਦੇਸ਼ ਦਿੱਤਾ ਗੁਰਾਂ ਕਿ ਜਿਤਨੀ ਵੀ ਸਿੱਖ ਸੰਗਤ ਆਵੇ ਸਾਰੀ ਸੰਗਤ ਦੀ ਸਾਂਭ ਸੰਭਾਲ ਤੁਸੀਂ ਹੀ ਹਰ ਪੱਖ ਨੂੰ ਲੈ ਕੇ ਕਰਦਿਆਂ ਹੋਇਆਂ ਉਧਰੇ ਹੀ ਸੰਗਤ ਨੂੰ ਰੱਖਣਾ, ਰਾਮਸਰ ਤੀਰਥ ਵਾਲੇ ਨਹੀਂ ਆਉਣ ਦੇਣਾ। ਜੇ ਕੋਈ ਅਧਿਕ ਵਿਸ਼ੇਸ਼ ਕਾਰਜ ਹੋਵੇ ਤਾਂ ਤੁਸੀਂ ਆਪ ਆਉਣਾ, ਅਨਿਅਥਾ ਕੋਈ ਗੁਰਸਿੱਖ ਸਾਡੇ ਵੱਲ ਨਾ ਆਵੇ। ਆਪ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਰਾਮਸਰ ਤੀਰਥ ਤੇ ਪਹੁੰਚੇ ਤੇ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਬੀੜ ਦੀ ਲਿਖਵਾਈ ਦੀ ਸੇਵਾ ਸਾਧ ਸੰਗਤ ਪਰ ਆਰੰਭ ਹੋਈ। ਸਤਿਗੁਰਾਂ ਨੇ ਬਹੁਤ ਤਰਤੀਬ ਦੇ ਨਾਲ ਗੁਰਬਾਣੀ ਲਿਖਵਾਉਣੀ ਆਰੰਭ ਕੀਤੀ। ਪ੍ਰਥਮ ਸ੍ਰੀ ਜਪਜੀ ਸਾਹਿਬ ਜੀ ਦੀ ਗੁਰਬਾਣੀ, ਇਸੇ ਪ੍ਰਕਾਰ ਫਿਰ 9 ਸ਼ਬਦ ਸ੍ਰੀ ਰਹਿਰਾਸ ਸਾਹਿਬ ਜੀ ਦੇ ਕੀਰਤਨ ਸੋਹਿਲਾ, ਫਿਰ ਸ੍ਰੀ ਰਾਗ ਦੀ ਆਰੰਭਤਾ। ਰਾਗਾਂ ਦੇ ਵਿੱਚ ਵੀ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ, ਫਿਰ ਗੁਰੂ ਅੰਗਦ ਦੇਵ ਜੀ, ਫਿਰ ਗੁਰੂ ਅਮਰਦਾਸ ਸਾਹਿਬ ਜੀ, ਇਸੇ ਪ੍ਰਕਾਰ ਗੁਰੂ ਰਾਮਦਾਸ ਸਾਹਿਬ ਜੀ, ਫਿਰ ਆਪਣੀ ਗੁਰਬਾਣੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲਿਖਵਾਉਂਦੇ ਗਏ। ਫਿਰ ਭਗਤਾਂ ਦੀ ਬਾਣੀ ਦੀ ਵੀ ਬੜੀ ਸੁਚੱਜੇ ਢੰਗ ਦੇ ਨਾਲ ਸਤਿਗੁਰਾਂ ਨੇ ਤਰਤੀਬ ਬੰਨ੍ਹੀ। ਸੋ ਇਸ ਤਰ੍ਹਾਂ ਤਰਤੀਬਵਾਰ ਗੁਰਬਾਣੀ ਲਿਖਵਾਉਂਦਿਆਂ ਸਤਿਗੁਰਾਂ ਨੇ 30 ਰਾਗਾਂ ਦੇ ਵਿੱਚ ਪਾਵਨ ਗੁਰਬਾਣੀ ਨੂੰ ਸੰਗ੍ਰਹਿ ਕੀਤਾ। ਸਾਧ ਸੰਗਤ ਇਹ ਲਿਖਵਾਈ ਦੀ ਸੇਵਾ ਭਾਈ ਗੁਰਦਾਸ ਜੀ ਨੂੰ ਲਾ ਕੇ ਸਤਿਗੁਰਾਂ ਨੇ ਕਰਵਾਈ। ਆਪ ਲਿਖਵਾਉਂਦੇ ਭਾਈ ਗੁਰਦਾਸ ਜੀ ਲਿਖਦੇ ਬੜੇ ਪਿਆਰ ਨਾਲ, ਅਤੇ ਜਿੱਥੇ ਗੁਰਬਾਣੀ ਅੰਦਰ 5 ਗੁਰੂ ਸਾਹਿਬਾਂ ਦੀ ਗੁਰਬਾਣੀ ਸਤਿਗੁਰਾਂ ਨੇ ਦਰਜ ਕਰਵਾਈ, ਉੱਥੇ 15 ਭਗਤਾਂ ਦੀ ਗੁਰਬਾਣੀ ਲਿਖਵਾਈ, 4 ਗੁਰਸਿੱਖਾਂ ਦੀ ਗੁਰਬਾਣੀ ਅਤੇ 17 ਭੱਟਾਂ ਦੀ ਗੁਰਬਾਣੀ ਸਤਿਗੁਰਾਂ ਨੇ ਇਕੱਤਰਤ ਕਰਵਾਈ। ਸਾਧ ਸੰਗਤ ਭਾਵੇਂ 5 ਗੁਰੂ, 15 ਭਗਤ, 4 ਸਿੱਖ ਤੇ 17 ਭੱਟਾਂ ਦੀ ਗੁਰਬਾਣੀ, ਭਾਵੇਂ ਇਹ ਭੱਟਾਂ ਜਾਂ ਸਿੱਖਾਂ ਜਾਂ ਭਗਤਾਂ ਦੇ ਮੁਖੋਂ ਉਚਾਰੀ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਬਾਣੀ ਦਰਜ ਹੋ ਗਈ ਉਹ ਧੁਰ ਦਰਗਾਹ ਤੋਂ ਆਈ ਗੁਰਬਾਣੀ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਕਿਸੇ ਦੇਹ ਧਾਰੀ ਦੀ ਉਕਤੀ ਬਾਣੀ ਸਤਿਗੁਰਾਂ ਵਿੱਚ ਨਹੀਂ ਲਿਖਵਾਈ। ਜਿਵੇਂ ਲਾਹੌਰ ਤੋਂ ਪੀਲੂ ਭਗਤ
ਕਾਨਾ ਭਗਤ ਆਦ ਵੀ ਆਏ ਸਨ। ਉਹਨਾਂ ਨੇ ਵੀ ਇਹ ਦਾਵਾ ਜ਼ਾਹਰ ਕੀਤਾ, ਅਸੀਂ ਭਗਤਾਂ ਸਾਡੀ ਬਾਣੀ ਵੀ ਬੀੜ ਵਿੱਚ ਚਾੜੋ, ਪਰ ਸਤਿਗੁਰਾਂ ਸਵੀਕਾਰ ਨਹੀਂ ਸੀ ਕੀਤੀ, ਗੁਰਮਤਿ ਦੇ ਵਿਰੁੱਧ ਜਾਣਦਿਆਂ ਹੋਇਆ। ਸੋ ਸੱਚੀ ਬਾਣੀ ਦਾ ਇਸ ਤਰ੍ਹਾਂ ਸੰਗ੍ਰਹਿ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਤਿਗੁਰਾਂ ਨੇ 1661 ਬਿਕਰਮੀ ਸੰਮਤ ਤੇ 1604 ਈਸਵੀ ਸੰਮਤ ਨੂੰ ਇਹ ਗੁਰਬਾਣੀ ਦੀ ਲਿਖਵਾਈ ਦੀ ਸੇਵਾ ਸੰਪੰਨ ਹੋਈ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਦੇਸ਼ ਦੇ ਕੇ ਸ੍ਰੀ ਦਰਬਾਰ ਸਾਹਿਬ ਪ੍ਰਕਾਸ਼ ਦੀ ਸਾਰੀ ਤਿਆਰੀ ਕਰਵਾਈ। ਚੰਦੋਆ ਸਾਹਿਬ ਲਗਵਾਇਆ, ਸੋਹਣੀ ਵਿਛਾਈ ਕਰਵਾਈ, ਸੋਹਣਾ ਸਤਿਗੁਰਾਂ ਦਾ ਇਹ ਪੀੜਾ ਸਾਹਿਬ ਡਾਇਆ, ਗੱਦੀਆਂ ਲਾ, ਸਰਹਾਣੇ ਲਾ, ਸਾਰੀ ਤਿਆਰੀ ਕਰਨ ਉਪਰੰਤ ਫਿਰ ਸਤਿਗੁਰਾਂ ਨੇ ਭਾਈ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਮੁੱਖ ਹੈਡ ਗ੍ਰੰਥੀ ਸਥਾਪਿਤ ਕਰਦਿਆਂ ਹੋਇਆਂ ਸਾਰੀ ਸੰਗਤ ਨੂੰ ਨਾਲ ਲੈ ਕੇ ਤੇ ਰਾਮਸਰ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਬੀੜ ਦਾ ਸਵਾਰਾ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਚੁਕਵਾ ਕੇ ਆਪ ਚਬਰ ਕਰਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪਦਿਆਂ ਸਾਰੀ ਸੰਗਤ ਦੇ ਨਾਲ ਇਉਂ ਕਰਮਦਰ ਚੱਲਦਿਆਂ ਸ੍ਰੀ ਦਰਬਾਰ ਸਾਹਿਬ ਆਏ। ਡਿਉੜੀ ਸਾਹਿਬ ਲੰਘ ਕੇ ਪੁਲ ਦੇ ਉੱਤੋਂ ਦੀ ਕਰਮਦਰ ਚੱਲਦਿਆਂ ਦਰਬਾਰ ਸਾਹਿਬ ਪਹੁੰਚੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਸਾਹਿਬ ਜੀ ਦੇ ਕਰ ਕਵਲਾਂ ਦੁਆਰਾ ਸਤਿਗੁਰਾਂ ਨੇ ਕਰਵਾਇਆ। ਤੇ ਜਿਸ ਵੇਲੇ ਪਾਵਨ ਬੀੜ ਦਾ ਪ੍ਰਕਾਸ਼ ਹੋਇਆ ਤਾਂ ਸਤਿਗੁਰੂ ਸਾਹਿਬਾਂ ਨੇ ਆਦੇਸ਼ ਦਿੱਤਾ, ਬਾਬਾ ਜੀ ਆਪ ਮੁੱਖ ਵਾਕ ਲਵੋ। ਤਾਂ ਭਾਈ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵਕਤ ਜੋ ਮੁੱਖ ਵਾਕ ਆਇਆ ਸੀ ਉਹ ਆਪਣੀ ਰਸਨਾ ਦੁਆਰਾ ਸਾਰੀ ਸੰਗਤ ਨੂੰ ਸਰਵਣ ਕਰਵਾਇਆ। ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਮੁਖ ਵਾਕ ਆਇਆ। ਕੀ ਮੁਖ ਵਾਕ ਆਇਆ? ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸਾਰੀ ਸੰਗਤ ਸੁਣ ਕੇ ਕਿਰਤਾਰਥ ਹੋਈ। ਸਤਿਗੁਰੂ ਸਾਹਿਬਾਂ ਨੂੰ ਧੰਨ ਧੰਨ ਉਚਾਰਨ ਕਰਦੀ ਹੈ ਸਾਰੀ ਸੰਗਤ। ਸੋ ਇਸ ਤਰ੍ਹਾਂ ਗੁਰੂ ਪਿਆਰਿਓ ਅੱਜ ਭਾਦੋਂ ਸੁਦੀ ਏਕਮ ਵਾਲਾ ਦਿਨ ਹੈ। ਅੱਜ ਦੇ ਦਿਨ 1661 ਬਿਕਰਮੀ ਅਤੇ 1604 ਈਸਵੀ ਸੰਮਤ ਨੂੰ ਭਾਦੋਂ ਸੁਦੀ ਏਕਮ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਇਹ ਪਹਿਲਾ ਪ੍ਰਕਾਸ਼ ਕਰਵਾਇਆ। ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਅੱਜ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਮਨਾ ਰਹੀਆਂ ਸਮੂਹ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰਾਂ ਦੇ ਇਸ ਪ੍ਰਕਾਸ਼ ਪੁਰਬ ਨੂੰ ਮਨਾ ਰਹੀਆਂ ਹਨ। ਸਾਰੀ ਸੰਗਤ ਨੂੰ ਗੁਰੂ ਸਾਹਿਬਾਂ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਰੀ ਸੰਗਤ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਨਾਲ ਨਿਵਾਜਨ। ਸੋ ਗੁਰੂ ਰੂਪ ਸਾਧ ਸੰਗਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਦਾਸ ਦੀ ਤੁਛ ਬੁੱਧੀ ਹੈ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਸੰਗਤ ਬਖਸ਼ਣ ਯੋਗ ਬਖਸ਼ ਲੈਣਾ। ਗੁਰੂ ਕਿਰਪਾ ਕਰਨ, ਸਾਰੀ ਸੰਗਤ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਸੋ ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।